ਓਮ ਸ਼ਾਂਤੀ। ਅੱਜ 11/8/2022 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਇਸ ਰੂਹਾਨੀ ਪੜ੍ਹਾਈ ਨੂੰ ਧਾਰਨ ਕਰਨ ਦੇ ਲਈ ਬੁੱਧੀ ਪਵਿੱਤਰ ਸੋਨੇ ਦਾ ਵਰਤਨ ਚਾਹੀਦੀ ਹੈ। ਪਵਿੱਤਰਤਾ ਦੀ ਰਾਖੀ ਬੰਨੋ ਤਾਂ ਰਜਾਈ ਦਾ ਤਿਲਕ ਮਿਲੇਗਾ। ਅੱਜ ਬਾਬਾ ਨੇ ਪ੍ਰਸ਼ਨ ਪੁੱਛਿਆ, ਇਸ ਸਮੇਂ ਸਾਰੇ ਬੱਚਿਆਂ ਨੂੰ ਬਾਪ ਦੁਆਰਾ ਕਿਹੜਾ ਸਰਟੀਫਿਕੇਟ ਲੈਣ ਦਾ ਪੁਰਸ਼ਾਰਥ ਕਰਨਾ ਹੈ? ਇਸ ਸਮੇਂ ਸਾਰੇ ਬੱਚਿਆਂ ਨੂੰ ਬਾਪ ਦੁਆਰਾ ਕਿਹੜਾ ਸਰਟੀਫਿਕੇਟ ਲੈਣ ਦਾ ਪੁਰਸ਼ਾਰਥ ਕਰਨਾ ਹੈ? ਅੱਜ ਬਾਬਾ ਦਾ ਉੱਤਰ ਹੈ, ਪਾਵਨ ਦੁਨੀਆ ਵਿੱਚ ਜਾਣ ਦੇ ਲਈ ਪਾਵਨ ਮਤਲਬ ਲਾਇਕ ਬਣਾਉਣ ਦਾ ਸਰਟੀਫਿਕੇਟ ਲੈਣਾ ਹੈ। ਜਦੋਂ ਇਸ ਸਮੇਂ ਪਵਿੱਤਰਤਾ ਦਾ ਪ੍ਰਣ ਕਰੋ ਤਾਂ ਬੁੱਧੀ ਗੋਲਡਨ ਏਜਡ ਬਣੇ। ਪਵਿੱਤਰਤਾ ਦਾ ਸਰਟੀਫਿਕੇਟ ਲੈਣ ਦੇ ਲਈ ਬਾਪ ਦੀ ਰਾਏ ਹੈ, ਬੱਚੇ ਹੋਰ ਸਭ ਤੋਂ ਆਪਣਾ ਬੁੱਧੀ ਯੋਗ ਨਿਕਾਲ ਗਿਆਨ ਚਿਤਾ ਤੇ ਬੈਠੋ, ਇੱਕ ਮਾਤ ਪਿਤਾ ਨੂੰ ਫਾਲੋ ਕਰੋ, ਪਾਵਨ ਰਹਿਣਾ ਹੀ ਹੈ ਇਹ ਪ੍ਰਤਿਗਿਆ ਕਰੋ, ਬਾਪ ਦੇ ਨਾਲ ਸੱਚਾਈ ਨਾਲ ਚਲੋ। ਗੀਤ ਹੈ, ਭਈਆ ਮੇਰੇ ਰਾਖੀ ਕੇ ਬੰਧਨ ਕੋ ਨਿਭਾਣਾ। ਓਮ ਸ਼ਾਂਤੀ। ਇਹ ਗੀਤ ਬੱਚਿਆਂ ਨੇ ਬਹੁਤ ਵਾਰ ਸੁਣਿਆ ਹੈ। ਇਹ ਤਾਂ ਰਕਸ਼ਾ ਬੰਧਨ ਦਾ ਉਤਸਵ ਅਤੇ ਗੀਤ ਭਗਤੀ ਮਾਰਗ ਵਿੱਚ ਮਨਾਉਂਦੇ ਗਾਉਂਦੇ ਆਉਂਦੇ ਹੈ। ਹੁਣ ਇਹ ਹੈ ਗਿਆਨ ਮਾਰਗ। ਬਾਪ ਬੱਚਿਆਂ ਨੂੰ ਕਹਿੰਦੇ ਹੈ, ਬੱਚੇ, ਇਸ ਮਾਇਆ ਰਾਵਣ ਤੇ ਜਿੱਤ ਪਾਉਣ ਨਾਲ ਤੁਸੀਂ ਜਗਤ ਜਿੱਤ ਮਤਲਬ ਜਗਤ ਦੇ ਮਾਲਿਕ ਬਣੋਗੇ। ਤੁਸੀਂ ਬੱਚੇ ਜਾਣਦੇ ਹੈ ਕਿ ਮਿਹਨਤ ਹੀ 5 ਵਿਕਾਰਾਂ ਤੇ ਜਿੱਤ ਪਾਉਂਦੀ ਹੈ। ਇਸ ਵਿੱਚ ਵੀ ਕਾਮ ਵਿਕਾਰ ਹੈ ਵੱਡਾ ਸ਼ਤਰੂ। ਪਵਿੱਤਰਤਾ ਦੇ ਕਾਰਨ ਹੀ ਮਾਰਾਮਾਰੀ ਹਗਾਮਾ ਆਦਿ ਹੁੰਦਾ ਹੈ। ਊਂਚ ਤੇ ਊਂਚ ਬਾਪ ਹੀ ਮਾਇਆ ਤੇ ਜਿੱਤ ਪਾਉਣ ਜਗਤ ਦਾ ਮਾਲਿਕ ਬਣਾ ਸਕਦੇ ਹੈ। ਇਹ ਤਾਂ ਬੱਚੇ ਜਾਣਦੇ ਹੈ। ਬੇਹੱਦ ਬਾਪ ਦਾ ਵਰਸਾ ਪਾਉਣ ਲਈ ਸਾਨੂੰ ਪਵਿੱਤਰ ਜ਼ਰੂਰ ਬਣਨਾ ਹੈ। ਜਿਸਮਾਨੀ ਪੜ੍ਹਾਈ ਵੀ ਪਵਿੱਤਰਤਾ ਵਿੱਚ ਹੀ ਪੜ੍ਹੀ ਜਾਂਦੀ ਹੈ। ਇਹ ਹੈ ਰੂਹਾਨੀ ਪੜ੍ਹਾਈ। ਇਸ ਵਿੱਚ ਬਰਤਨ ਸੋਨੇ ਦਾ ਮਤਲਬ ਪਵਿੱਤਰ ਚਾਹੀਦਾ ਹੈ, ਜਿਸ ਵਿੱਚ ਗਿਆਨ ਧਨ ਠਹਿਰ ਸਕੇ। ਪਵਿੱਤਰ ਬਣਨ ਵਿੱਚ ਟਾਈਮ ਲੱਗਦਾ ਹੈ, ਕਿਉਂਕਿ ਹੁਣ ਸਭ ਦਾ ਬਰਤਨ ਠੀਕਰ ਦਾ ਬਣ ਗਿਆ ਹੈ। ਬਾਪ ਸਮਝਾਉਂਦੇ ਹੈ, ਹੁਣ ਤੁਹਾਨੂੰ ਪਵਿੱਤਰ ਬਣਨ ਵਾਪਿਸ ਜਾਣਾ ਹੈ। ਜਿੰਨਾ ਜਿੰਨਾ ਗਿਆਨ ਅਤੇ ਯੋਗ ਦੀ ਧਾਰਨਾ ਹੁੰਦੀ ਜਾਏਗੀ, ਉਨਾ ਬੁੱਧੀ ਪਵਿੱਤਰ ਹੁੰਦੀ ਜਾਏਗੀ, ਕਿਉਂਕਿ ਹੁਣ ਬੁੱਧੀ ਵਿੱਚ ਹੈ ਕਿ ਸਾਨੂੰ ਵਾਪਿਸ ਮੁੜਨਾ ਹੈ। ਆਇਰਨ ਏਜ ਤੋਂ ਕਾਪਰ ਏਜ ਵਿੱਚ ਜਾਣਾ ਹੈ, ਫਿਰ ਸਿਲਵਰ ਏਜ ਵਿੱਚ, ਫਿਰ ਗੋਲਡਨ ਏਜ ਵਿੱਚ ਆਉਣਾ ਹੈ। ਇਹ ਪੜ੍ਹਾਈ ਅਜਿਹੀ ਹੈ ਜੋ ਚਲਦੇ ਫਿਰਦੇ ਮਾਇਆ ਦਾ ਬਾਰ ਹੋ ਜਾਂਦਾ ਹੈ। ਸਭ ਤੇ ਪਵਿੱਤਰ ਰਹਿ ਨਹੀਂ ਸਕਦੇ। ਮਾਇਆ ਬੜੇ ਤੂਫਾਨਾਂ ਵਿੱਚ ਲਿਆਉਂਦੀ ਹੈ। ਆਇਰਨ ਏਜ ਤੋਂ ਕਾਪਰ ਏਜ ਤੱਕ ਆਉਂਦੇ ਆਉਂਦੇ ਮਾਇਆ ਦੇ ਤੂਫਾਨ ਘੇਰ ਲੈਂਦੇ ਹੈ ਤਾਂ ਬੁੱਧੀ ਫਿਰ ਆਇਰਨ ਏਜਡ ਬਣ ਜਾਂਦੀ ਹੈ ਅਤੇ ਡਿੱਗ ਪੈਂਦੇ ਹੈ। ਡਿੱਗਣਾ ਅਤੇ ਚੜ੍ਹਨਾ ਇਹ ਤਾਂ ਜ਼ਰੂਰ ਹੈ। ਚੜ੍ਹ ਕੇ ਫਿਰ ਕਾਪਰ ਏਜ, ਸਿਲਵਰ ਏਜ, ਗੋਲਡਨ ਏਜ ਵਿੱਚ ਆਉਣਾ ਹੈ। ਪੜ੍ਹਦੇ ਪੜ੍ਹਦੇ ਗਿਆਨ ਸੁਣਦੇ ਸੁਣਦੇ ਪਛਾੜੀ ਵਿੱਚ ਸਾਡੀ ਉਹ ਗੋਲਡਨ ਏਜ ਬੁੱਧੀ ਬਣੇਗੀ, ਜਦੋਂ ਅਸੀਂ ਸਰੀਰ ਛੱਡ ਦੇਵਾਂਗੇ। ਇਸ ਸਮੇਂ ਡਿੱਗਣਾ ਚੜ੍ਹਨਾ ਜ਼ਰੂਰ ਹੁੰਦਾ ਹੈ, ਟਾਈਮ ਲੱਗਦਾ ਹੈ। ਜਦੋਂ ਬੁੱਧੀ ਗੋਲਡਨ ਏਜਡ ਬਣ ਜਾਂਦੀ ਹੈ, ਫਿਰ ਰਾਜ ਅਧਿਕਾਰੀ ਬਣਦੇ ਹੈ। ਗਾਇਆ ਵੀ ਹੋਇਆ ਹੈ, ਪਵਿੱਤਰਤਾ ਦੀ ਰਾਖੀ ਬੰਨਣ ਨਾਲ ਰਾਜ ਤਿਲਕ ਮਿਲੇਗਾ। ਸੋ ਤੁਸੀਂ ਬੱਚੇ ਜਾਣਦੇ ਹੈ, ਸਾਨੂੰ ਰਜਾਈ ਪ੍ਰਾਪਤ ਕਰਨ ਦੇ ਲਈ ਪਵਿੱਤਰਤਾ ਦੀ ਪ੍ਰਤਿਗਿਆ ਕਰਨੀ ਹੈ। ਗਿਆਨ ਅਤੇ ਯੋਗ ਦੀ ਧਾਰਨ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ। ਗੋਲਡਨ ਏਜ ਤੋਂ ਆਇਰਨ ਏਜ ਤੱਕ ਆਉਣ ਵਿੱਚ ਤਾਂ 5000 ਵਰ੍ਹੇ ਲੱਗਦੇ ਹੈ। ਹੁਣ ਤੇ ਪੜ੍ਹਨਾ ਹੈ, ਸੋ ਤਾਂ ਇਸ ਇੱਕ ਜਨਮ ਵਿੱਚ ਹੀ ਹੋਣਾ ਹੈ। ਜਿੰਨਾ ਊਂਚ ਪੜ੍ਹਦੇ ਜਾਓਗੇ, ਖੁਸ਼ੀ ਵੱਧਦੀ ਜਾਏਗੀ।
ਅਸੀਂ ਰਾਜਧਾਨੀ ਸਥਾਪਨ ਕਰ ਰਹੇ ਹਾਂ ਬੁੱਧੀ ਯੋਗ ਵੱਲ ਅਤੇ ਗਿਆਨ ਵੱਲ ਨਾਲ। ਹਰ ਗੱਲ ਵਿੱਚ ਬਲ ਹੁੰਦਾ ਹੈ। ਥੋੜਾ ਪੜਨ ਵਿੱਚ ਥੋੜਾ ਬਲ, ਜਾਸਤੀ ਪੜਨ ਨਾਲ ਜਾਸਤੀ ਬਲ ਮਿਲਦਾ ਹੈ, ਵੱਡੀ ਪਦਵੀ ਮਿਲਦੀ ਹੈ। ਇਹ ਵੀ ਇਵੇਂ ਹੈ, ਘੱਟ ਪੜਨ ਨਾਲ ਪਦਵੀ ਵੀ ਘੱਟ ਮਿਲਦੀ ਹੈ। ਬਾਪ ਨੇ ਸਮਝਾਇਆ ਹੈ। ਇਹ ਬ੍ਰਾਹਮਣ ਧਰਮ ਬਹੁਤ ਛੋਟਾ ਹੈ। ਬ੍ਰਾਹਮਣ ਹੀ ਦੇਵਤਾ ਸੂਰਜਵੰਸ਼ੀ ਚੰਦਰਵੰਸ਼ੀ ਬਣਦੇ ਹੈ। ਹੁਣ ਪੁਰਸ਼ਾਰਥ ਕਰ ਰਹੇ ਹੈ। ਤੁਸੀਂ ਇਵੇਂ ਸਮਝੋ, ਆਜੂਨ ਅਸੀਂ ਕਾਪਰ ਏਜ ਤੱਕ ਪਹੁੰਚੇ ਹੈ, ਫਿਰ ਸਿਲਵਰ ਗੋਲਡਨ ਏਜ ਤੱਕ ਆਉਣਾ ਹੈ। ਪਛਾੜੀ ਵਿੱਚ ਬੱਚੇ ਵੀ ਢੇਰ ਹੋ ਜਾਂਦੇ ਹੈ ਨਾ। ਸਾਰਾ ਮਦਾਰ ਹੈ ਪਵਿੱਤਰਤਾ ਤੇ। ਜਿੰਨਾ ਯਾਦ ਵਿੱਚ ਰਹੋਗੇ ਉਨਾ ਵੱਲ ਮਿਲੇਗਾ। ਬਾਪ ਨਾਲ ਪ੍ਰਤਿਗਿਆ ਕੀਤੀ ਹੈ, ਅਸੀਂ ਪਵਿੱਤਰ ਬਣ ਭਾਰਤ ਨੂੰ ਪਵਿੱਤਰ ਬਣਾਵਾਂਗੇ। ਬੱਚੇ ਰਾਖੀ ਬੰਨਣ ਜਾਂਦੇ ਹੈ ਤਾਂ ਵੀ ਸਮਝਣਾ ਹੁੰਦਾ ਹੈ। ਅੱਜ ਤੋਂ 5000 ਬਰੇ ਪਹਿਲੇ ਵੀ ਪਾਤਿਤ ਤੇ ਪਾਵਨ ਬਣਨ ਦੇ ਲਈ ਅਸੀਂ ਇਹ ਰਾਖੀ ਬੰਨਣ ਆਏ ਸੀ। ਤਾਂ ਰਾਖੀ ਬੰਧਨ ਦਾ ਇੱਕ ਦਿਨ ਦੀ ਗੱਲ ਨਹੀਂ, ਪਛਾੜੀ ਤੱਕ ਚੱਲਦਾ ਰਹੇਗਾ। ਪ੍ਰਤਿਗਿਆ ਕਰਦੇ ਰਹਿਣਗੇ, ਪੜ੍ਹਾਈ ਤੇ ਧਿਆਨ ਦਿੰਦੇ ਰਹਿਣਗੇ। ਤੁਸੀਂ ਜਾਣਦੇ ਹੋ, ਗਿਆਨ ਅਤੇ ਯੋਗ ਨਾਲ ਆਇਰਨ ਏਜ ਤੋਂ ਅਸੀਂ ਗੋਲਡਨ ਏਜ ਵਿੱਚ ਜਾਣਾ ਹੈ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਹੋਣਾ ਹੈ। ਇਹ ਗੱਲਾਂ ਹੋਰ ਕੋਈ ਨਵਾਂ ਸਮਝ ਨਾ ਸਕੇ, ਇਸ ਲਈ ਤੁਹਾਡੀ 7 ਰੋਜ਼ ਦੀ ਪੱਠੀ ਮਸ਼ਹੂਰ ਹੈ। ਪਹਿਲੇ ਨਬਜ਼ ਦੇਖਣੀ ਪੈਂਦੀ ਹੈ। ਜਦੋਂ ਤੱਕ ਬਾਪ ਦਾ ਪਰਿਚੈ ਨਹੀਂ ਹੋਇਆ ਹੈ, ਨਿਸ਼ਚੈ ਨਹੀਂ ਬੈਠਿਆ ਹੈ, ਉਦੋਂ ਤੱਕ ਸਮਝਣਗੇ ਨਹੀਂ। ਤੁਹਾਡਾ ਦੁਬਾਰਾ ਪਰਿਚੈ ਪਾਉਣਾ ਜਾਣਗੇ। ਝਾੜ ਵ੍ਰਿਧੀ ਨੂੰ ਪਾਉਂਦਾ ਰਹੇਗਾ। ਸਵਰਾਜ ਸਥਾਪਨ ਹੋਣ ਵਿੱਚ ਸਮਾਂ ਲੱਗਦਾ ਹੈ। ਜਦੋਂ ਤੱਕ ਤੁਸੀਂ ਗੋਲਡਨ ਏਜ ਵਿੱਚ ਨਾ ਆਓ, ਉਦੋਂ ਤੱਕ ਸ੍ਰਿਸ਼ਟੀ ਦਾ ਵਿਨਾਸ਼ ਹੋ ਨਹੀਂ ਸਕਦਾ। ਉਹ ਸਮੇਂ ਆਏਗਾ, ਬਹੁਤ ਢੇਰ ਬੱਚੇ ਹੋ ਜਾਣਗੇ। ਹੁਣ ਰਾਖੀ ਬੰਧਨ ਤੇ ਵੱਡੇ ਵੱਡੇ ਆਦਮੀਆਂ ਕੋਲ ਜਾਣਗੇ, ਉਹਨਾਂ ਨੂੰ ਸਮਝਾਉਣਾ ਪਏ। ਪਾਤਿਤ ਪਾਵਨ ਬਾਪ ਇਸ ਪਾਤਿਤ ਦੁਨੀਆ ਨੂੰ ਪਾਵਨ ਬਣਾਉਣ ਇਸ ਸਮੇਂ ਤੇ ਹੀ ਆਉਂਦੇ ਹੈ। ਬਰੋਬਰ ਭਾਰਤ ਪਾਵਨ ਸੀ, ਹੁਣ ਤਾਂ ਪਾਤਿਤ ਹੈ। ਮਹਾਭਾਰਤ ਲੜਾਈ ਸਾਹਮਣੇ ਖੜੀ ਹੈ। ਭਗਵਾਨ ਬਾਪ ਕਹਿੰਦੇ ਹੈ, ਬੱਚੇ, ਮਾਇਆ ਰਾਵਣ ਤੁਹਾਡਾ ਵੱਡਾ ਦੁਸ਼ਮਣ ਹੈ। ਉਹ ਤਾਂ ਜਿਸਮਾਨੀ ਛੋਟੇ ਛੋਟੇ ਦੁਸ਼ਮਣ ਹੈ। ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਰਾਵਣ ਹੈ। ਇਸ ਲਈ ਪਵਿੱਤਰਤਾ ਦੀ ਰਾਖੀ ਬੰਨਣੀ ਹੈ, ਪ੍ਰਤਿਗਿਆ ਕਰਨੀ ਹੈ। ਹੇ ਬਾਬਾ, ਭਾਰਤ ਨੂੰ ਸ੍ਰੇਸ਼ਟਾਚਾਰੀ ਬਣਾਉਣ ਦੇ ਲਈ ਅਸੀਂ ਪਵਿੱਤਰ ਰਹਾਂਗੇ, ਹੋਰਾਂ ਨੂੰ ਵੀ ਬਣਾਉਂਦੇ ਰਹਾਂਗੇ। ਹੁਣ ਸਭ ਰਾਵਣ ਤੋਂ ਹਾਰ ਖਾਏ ਹੋਏ ਹੈ। ਭਾਰਤ ਵਿੱਚ ਹੀ ਰਾਵਣ ਨੂੰ ਸਾੜਦੇ ਰਹਿੰਦੇ ਹੈ। ਆਧਾ ਕਲਪ ਰਾਵਣ ਰਾਜ ਚਲਾਇਆ ਹੈ। ਇਹ ਤੁਹਾਨੂੰ ਸਮਝਾਉਣਾ ਪਏ। ਸਮਝਾਉਣ ਬਗੈਰ ਰਾਖੀ ਬੰਨਣਾ ਕਿਸੇ ਕੰਮ ਦਾ ਨਹੀਂ। ਇਹ ਕਹਾਣੀ ਤੁਸੀਂ ਹੀ ਜਾਣਦੇ ਹੈ। ਹੋਰ ਕੋਈ ਇਵੇਂ ਨਹੀਂ ਕਹਿਣਗੇ ਕਿ 5000 ਬਰੇ ਪਹਿਲੇ ਵੀ ਬਾਪ ਨੇ ਕਿਹਾ ਸੀ ਕਿ ਪਵਿੱਤਰ ਬਣੋਗੇ ਤਾਂ ਸਤਯੁਗ ਵਿੱਚ ਨਰ ਤੋਂ ਨਾਰਾਇਣ ਦੀ ਪਦਵੀ ਪਾਓਗੇ। ਇਹ ਸਤ ਨਾਰਾਇਣ ਦੀ ਅਤੇ ਅਮਰਨਾਥ ਦੀ ਕਥਾ ਤੁਸੀਂ ਹੀ ਸੁਣਾ ਸਕਦੇ ਹੈ। ਸਮਝਾਉਣਾ ਪੈਂਦਾ ਹੈ। ਭਾਰਤ ਪਵਿੱਤਰ ਸੀ, ਸੋਨੇ ਦੀ ਚਿੜੀਆ ਸੀ। ਹੁਣ ਤਾਂ ਪਾਤਿਤ ਹੈ, ਲੋਹੇ ਦੀ ਚਿੜੀਆ ਕਹਾਂਗੇ। ਬਾਪ ਦਾ ਪਰਿਚੈ ਦੇ ਕੇ ਬੋਲੋ ਕਿ ਮੰਨਦੇ ਹੋ ਬਰੋਬਰ ਬਾਪ ਬ੍ਰਹਮਾ ਦੁਆਰਾ ਵਰਸਾ ਦਿੰਦੇ ਹੈ। ਬਾਪ ਕਹਿੰਦੇ ਹੈ, ਹੁਣ ਮੈਨੂੰ ਯਾਦ ਕਰੋ, 84 ਬਾਬਾ ਜਨਮ ਪੂਰੇ ਹੁੰਦੇ ਹੈ। ਮਾਇਆ ਤੋਂ ਹਾਰ ਖਾਧੀ ਹੈ, ਹੁਣ ਫਿਰ ਮਾਇਆ ਤੇ ਜਿੱਤ ਪਾਉਣੀ ਹੈ। ਬਾਪ ਹੀ ਆ ਕੇ ਕਹਿੰਦੇ ਹੈ, ਬੱਚੇ ਹੁਣ ਪਵਿੱਤਰ ਬਣੋ। ਬੱਚੇ ਕਹਿੰਦੇ ਹੈ, ਹਾਂ ਬਾਬਾ, ਅਸੀਂ ਤੁਹਾਡੇ ਮਦਦਗਾਰ ਜ਼ਰੂਰ ਬਣਾਂਗੇ। ਪਵਿੱਤਰ ਬਣ ਕੇ ਭਾਰਤ ਨੂੰ ਪਵਿੱਤਰ ਜ਼ਰੂਰ ਬਣਾਵਾਂਗੇ। ਬੋਲੋ, ਅਸੀਂ ਕੋਈ ਤੁਹਾਡੇ ਕੋਲ ਪੈਸੇ ਲੈਣ ਨਹੀਂ ਆਏ ਹਾਂ, ਅਸੀਂ ਤਾਂ ਬਾਪ ਦਾ ਪਰਿਚੈ ਦੇਣ ਆਏ ਹਾਂ। ਤੁਸੀਂ ਸਭ ਬਾਪ ਦੇ ਹਮ ਜਿਨਸ ਹੈ ਨਾ।
ਬਾਪ ਆ ਕੇ ਮੈਸੇਜ ਦਿੰਦੇ ਹੈ, ਰਾਏ ਦਿੰਦੇ ਹੈ, ਹੇ ਬੱਚਿਓ, ਹੋਰ ਸਭ ਦਾ ਬੁੱਧੀ ਤੋਂ ਤਿਆਗ ਕਰੋ। ਤੁਸੀਂ ਨੰਗੇ ਮਨਾ ਅੱਜ ਸ਼ਰੀਰੀ ਆਏ ਸੀ। ਪਹਿਲੇ ਪਹਿਲੇ ਤੁਸੀਂ ਸਵਰਗ ਵਿੱਚ ਪਾਟ ਵਜਾਇਆ, ਤੁਸੀਂ ਗੋਰੇ ਮਤਲਬ ਪਵਿੱਤਰ ਸੀ। ਫਿਰ ਕਾਮ ਚਿਤਾ ਤੇ ਬੈਠਣ ਨਾਲ ਹੁਣ ਕਾਲੇ ਬਣ ਗਏ ਹੈ। ਭਾਰਤ ਗੋਲਡਨ ਏਜ ਸੀ, ਹੁਣ ਭਾਰਤ ਨੂੰ ਆਇਰਨ ਏਜ ਕਿਹਾ ਜਾਂਦਾ ਹੈ। ਹੁਣ ਫਿਰ ਕਾਮ ਚਿਤਾ ਤੋਂ ਉਤਰ ਗਿਆਨ ਚਿਤਾ ਤੇ ਬੈਠਣਾ ਹੈ। ਬਾਪ ਕਹਿੰਦੇ ਹੈ, ਮਮੇ ਕਮ ਯਾਦ ਕਰੋ, ਪਵਿੱਤਰਤਾ ਦਾ ਪ੍ਰਣ ਕਰੋ। ਇੱਕ ਬਾਪ ਤੇ ਬੱਚੇ, ਅਸੀਂ ਭਰਾ ਭੈਣ ਹਾਂ। ਤੁਸੀਂ ਵੀ ਬੱਚੇ ਹੋ ਪਰ ਸਮਝਦੇ ਨਹੀਂ। ਬੀਕੇ ਬਣੋਗੇ ਫਿਰ ਵੀ ਸ਼ਿਵ ਬਾਬਾ ਕੋਲੋਂ ਵਰਸਾ ਲੈ ਸਕਦੇ ਹੋ। ਇਹ ਹੈ ਹੀ ਪਤਿਤ ਭ੍ਰਸ਼ਟਾਚਾਰੀ ਦੀ ਦੁਨੀਆ। ਇੱਕ ਵੀ ਸ੍ਰੇਸ਼ਟਾਚਾਰੀ ਨਹੀਂ ਹੈ। ਸਤਯੁਗ ਵਿੱਚ ਇੱਕ ਵੀ ਭ੍ਰਸ਼ਟਾਚਾਰੀ ਨਹੀਂ ਹੁੰਦਾ। ਇਹ ਬੇਹੱਦ ਦੀ ਗੱਲ ਹੈ। ਸਾਰੀ ਸ੍ਰੇਸ਼ਟਾਚਾਰੀ ਦੁਨੀਆ ਦੀ ਸਥਾਪਨਾ ਕਰਨਾ ਇੱਕ ਬਾਪ ਦਾ ਹੀ ਕੰਮ ਹੈ। ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਬਾਪ ਕੋਲੋਂ ਵਰਸਾ ਲੈਂਦੇ ਹਾਂ, ਪਵਿੱਤਰਤਾ ਦੀ ਪ੍ਰਤਿਗਿਆ ਕਰਦੇ ਹਾਂ। ਜੋ ਪਵਿੱਤਰਤਾ ਦੀ ਗਰੰਟੀ ਕਰਦੇ ਹੈ, ਉਹਨਾਂ ਦਾ ਫੋਟੋ ਨਿਕਾਲ ਅਸੀਂ ਐਲਬਮ ਬਣਾਉਂਦੇ ਹਾਂ। ਪਾਵਨ ਬਣੇ ਬਗੈਰ ਪਾਵਨ ਦੁਨੀਆ ਵਿੱਚ ਜਾਣ ਦਾ ਸਰਟੀਫਿਕੇਟ ਮਿਲ ਨਾ ਸਕੇ। ਬਾਪ ਹੀ ਆ ਕੇ ਲਾਇਕ ਬਣਾ ਕੇ ਸਰਟੀਫਿਕੇਟ ਦਿੰਦੇ ਹੈ। ਸਰਵ ਦਾ ਪਤਿਤ ਪਾਵਨ ਸਦਗਤੀ ਦਾਤਾ ਇੱਕ ਹੀ ਬਾਪ ਹੈ, ਪਤਿਤ ਲਾਇਕ ਨਹੀਂ ਹੈ ਨਾ। ਭਾਰਤ ਹੀ ਇਨਸਾਲਵੈਂਟ ਦੁਖੀ ਹੋ ਗਿਆ ਹੈ ਕਿਉਂਕਿ ਪਤਿਤ ਹੈ। ਸਤਯੁਗ ਵਿੱਚ ਪਾਵਨ ਸੀ ਤਾਂ ਭਾਰਤ ਸੁਖੀ ਸੀ। ਹੁਣ ਬਾਪ ਕਹਿੰਦੇ ਹੈ, ਪਾਵਨ ਬਣੋ, ਆਡੀਅנס ਕੱਢੋ। ਜੋ ਪਾਵਨ ਬਣਨਾ ਚਾਹੁੰਦਾ ਹੈ ਉਹ ਉਸ ਨੂੰ ਨੰਗਨ ਨਹੀਂ ਕੀਤਾ ਜਾਵੇ। ਪੁਰਸ਼ ਲੋਕ ਵਿਕਾਰ ਦੇ ਲਈ ਬਹੁਤ ਤੰਗ ਕਰਦੇ ਹੈ। ਇਸ ਲਈ ਮਾਤਾ ਭਾਰਤ ਨੂੰ ਸ੍ਰੇਸ਼ਟ ਬਣਾਉਣ ਦੀ ਮਦਦ ਕਰਦੀਆਂ ਹੈ। तो बाबा ने कहा इस तो ਪਾਵਨ ਬਣਨਾ ਹੈ, ਪਰ ਉਹ ਤਾਕਤ ਅਜੇ ਬੱਚਿਆਂ ਵਿੱਚ ਆਈ ਨਹੀਂ ਹੈ। ਜਦੋਂ ਗੋਲਡਨ ਸਟੇਜ ਵਿੱਚ ਆਉਣਗੇ ਉਦੋਂ ਉਹ ਫਲਕ ਹੋਵੇਗੀ। ਕਿਸ ਨੇ ਸਮਝਾਇਆ ਹੈ? ਬੱਚਿਆਂ ਦੀ ਦਿਨ ਪ੍ਰਤੀ ਦਿਨ ਪੁਆਇੰਟਸ ਬਹੁਤ ਮਿਲਦੀਆਂ ਰਹਿੰਦੀਆਂ ਹੈ। ਬਾਬਾ ਆਖਦੇ ਨੇ, ਪਹਿਲਾਂ ਤੋਂ ਤੁਸੀਂ ਵੀ ਕਹਿੰਦੇ ਸੀ ਭਗਵਾਨ ਸਰਵਿਆਪੀ ਹੈ, ਜਿੱਥੋਂ ਦੇਖੋ ਤੂੰ ਹੀ ਤੂੰ ਹੈ, ਸਭ ਭਗਵਾਨ ਦੀ ਲੀਲਾ ਹੈ। ਭਗਵਾਨ ਭਿੰਨ ਭਿੰਨ ਰੂਪ ਧਰ ਲੀਲਾ ਕਰ ਰਿਹਾ ਹੈ। ਅੱਛਾ, ਕਣ ਕਣ ਵਿੱਚ ਵੀ ਕੀ ਲੀਲਾ ਕਰਨਗੇ? ਬੇਹੱਦ ਦੇ ਬਾਪ ਦੀ ਗਲਾਨੀ ਕਰ ਦਿੰਦੇ ਹੈ। ਇਹ ਵੀ ਖੇਡ ਹੈ। ਉਦੋਂ ਬਾਪ ਨੂੰ ਆਉਣਾ ਪੈਂਦਾ ਹੈ। ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਦਾ ਡਾਇਰੈਕਸ਼ਨ ਮਿਲਦਾ ਹੈ। ਤੁਹਾਨੂੰ ਪਵਿੱਤਰ ਬਣਨਾ ਹੈ। ਜੇਕਰ ਪਵਿੱਤਰ ਦੁਨੀਆ ਵਿੱਚ ਚੱਲਣਾ ਚਾਹੁੰਦੇ ਹੋ ਤਾਂ ਇਵੇਂ ਨਹੀਂ ਸਵਰਗ ਵਿੱਚ ਤਾਂ ਜਾਣਗੇ ਨਾ। ਫਿਰ ਕੀ ਪਦਵੀ ਪਾਉਣਗੇ? ਉਹ ਕੋਈ ਪੁਰਸ਼ਾਰਥ ਨਹੀਂ। ਪੁਰਸ਼ਾਰਥ ਕਰਨਾ ਹੈ ਰਾਜਾ ਰਾਣੀ ਬਣਨ ਦੇ ਲਈ। ਡਰਾਮੇ ਦੇ ਰਾਜ ਨੂੰ ਕੋਈ ਸਮਝਦੇ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ, ਕਲਪ ਕਲਪ ਅਸੀਂ ਬਾਪ ਤੋਂ ਵਰਸਾ ਲੈਂਦੇ ਹਾਂ। ਬਾਬਾ ਆਉਂਦੇ ਹੈ। ਚਿੱਤਰ ਵੀ ਵੇਖੋ ਕਿੰਨੇ ਚੰਗੇ ਬਣੇ ਹੋਏ ਹੈ। ਵੱਡਾ ਚਿੱਤਰਾਂ ਦੇ ਆਗੇ ਲੈ ਆਉਣਾ ਹੈ। ਤੁਸੀਂ ਸਭ ਸਰਜਨ ਹੋ। ਸ਼ਿਵ ਬਾਬਾ ਅਵਿਨਾਸ਼ੀ ਗੋਲਡਨ ਸਰਜਨ ਹੈ। ਤੁਸੀਂ ਵੀ ਨੰਬਰਵਾਰ ਸਰਜਨ ਹੈ। ਹੁਣ ਕੋਈ ਸੰਪੂਰਨ ਗੋਲਡਨ ਏਜ ਬਣਿਆ ਨਹੀਂ ਹੈ। ਤੁਹਾਨੂੰ ਵੀ ਸਰਵਿਸ ਕਰਨੀ ਹੈ। ਸਮਝਾਉਂਦੇ ਵਕਤ ਹਰ ਕਿਸੇ ਦੀ ਨਬਜ਼ ਵੇਖਣੀ ਹੈ। ਮਹਾਰਥੀ ਜੋ ਹੈ ਉਹ ਚੰਗੀ ਨਬਜ਼ ਵੇਖਣਗੇ। ਤੁਹਾਨੂੰ ਪੂਰਾ ਗੋਲਡਨ ਏਜ ਬਣਨਾ ਹੈ। ਹਲੇ ਬਣੇ ਨਹੀਂ ਹੈ। ਬਣਨ ਵਿੱਚ ਟਾਈਮ ਲੱਗਦਾ ਹੈ। ਮਾਇਆ ਦੇ ਤੂਫਾਨ ਬਹੁਤ ਤੰਗ ਕਰਦੇ ਹੈ। ਇਹ ਸਭ ਗੱਲਾਂ ਸਮਝਦੀਆਂ ਹੁੰਦੀਆਂ ਹੈ। ਬਾਪ ਤੋਂ ਪੂਰਾ ਵਰਸਾ ਲੈਣਾ ਹੈ ਅਤੇ ਬਹੁਤ ਸੱਚਾਈ ਨਾਲ ਚੱਲਣਾ ਹੈ। ਅੰਦਰ ਕੋਈ ਖਰਾਬੀ ਨਹੀਂ ਹੋਣੀ ਚਾਹੀਦੀ। ਮਾਇਆ ਹੈਰਾਨ ਕਰਦੀ ਹੈ ਕਿਉਂਕਿ ਜੋਗ ਅੱਛਾ
ਜੋ ਕਿਉਂਕਿ ਯੋਗ ਨਹੀਂ ਹੈ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਨਮਸਤੇ ਜੀ। ਧਾਰਨਾ ਲਈ ਮੁੱਖ ਸਾਰ। ਨੰਬਰ 1 ਪਰ ਬਾਬਾ ਕਹਿੰਦੇ ਬਾਪ ਤੋਂ ਪ੍ਰਤਿਗਿਆ ਕਰ, ਫਿਰ ਤੋੜਨੀ ਨਹੀਂ ਹੈ। ਪਵਿੱਤਰਤਾ ਅਤੇ ਪੜ੍ਹਾਈ ਨਾਲ ਆਤਮਾ ਨੂੰ ਗੋਲਡਨ ਏਜਡ ਬਣਾਉਣਾ ਹੈ। ਨੰਬਰ 2 ਹੋਰ ਸਭ ਦਾ ਬੁੱਧੀ ਨਾਲ ਤਿਆਗ ਕਰ ਆ ਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਯੋਗ ਵੱਲ ਨਾਲ ਮਾਇਆ ਤੇ ਤੂਫਾਨੋਂ ਤੋਂ ਵਿਜੇ ਪਾਉਣੀ ਹੈ। ਵਰਦਾਨ ਹੈ ਅੱਜ ਦਾ, ਖੁਦ ਨੂੰ ਵਿਸ਼ਵ ਕਲਿਆਣ ਦੇ ਨਿਮਿਤ ਸਮਝ, ਵਿਅਰਥ ਤੋਂ ਮੁਕਤ ਰਹਿਣੇ ਵਾਲੇ ਬਾਪ ਸਮਾਨ ਭਵ। ਖੁਦ ਨੂੰ ਵਿਸ਼ਵ ਕਲਿਆਣ ਦੇ ਨਿਮਿਤ ਸਮਝ, ਵਿਅਰਥ ਤੋਂ ਮੁਕਤ ਰਹਿਣੇ ਵਾਲੇ ਬਾਪ ਸਮਾਨ ਭਵ। ਅੱਜ ਬਾਬਾ ਕਹਿੰਦੇ ਨੇ ਜਿਵੇਂ ਬਾਪ ਵਿਸ਼ਵ ਕਲਿਆਣਕਾਰੀ ਹੈ, ਇਵੇਂ ਬੱਚੇ ਵੀ ਵਿਸ਼ਵ ਕਲਿਆਣ ਦੇ ਨਿਮਿਤ ਹੈ। ਤੁਸੀਂ ਨਿਮਿਤ ਆਤਮਾਵਾਂ ਦੀ ਵ੍ਰਿਧੀ ਨਾਲ ਵਾਯੂਮੰਡਲ ਪਰਿਵਰਤਨ ਹੋਣਾ ਹੈ। ਜਿਵੇਂ ਸੰਕਲਪ ਉਵੇਂ ਵ੍ਰਿਧੀ ਹੁੰਦੀ ਹੈ। ਇਸ ਲਈ ਵਿਸ਼ਵ ਕਲਿਆਣ ਦੀ ਜ਼ਿੰਮੇਵਾਰ ਆਤਮਾਵਾਂ ਇੱਕ ਸੈਕਿੰਡ ਵੀ ਸੰਕਲਪ ਅਤੇ ਵ੍ਰਿਧੀ ਨੂੰ ਵਿਅਰਥ ਨਹੀਂ ਬਣਾ ਸਕਦੇ। ਕਿਵੇਂ ਵੀ ਪਰਿਸਥਿਤੀ ਹੋਵੇ, ਵਿਅਕਤੀ ਹੋਇਆ ਪਰ ਸਰਬ ਦੀ ਭਾਵਨਾ, ਸਰਬ ਦੀ ਵ੍ਰਿਧੀ ਕਲਿਆਣ ਦੀ ਹੋਵੇ। ਗਲਾਨੀ ਕਰਨ ਵਾਲੇ ਦੇ ਪ੍ਰਤੀ ਵੀ ਸ਼ੁਭ ਭਾਵਨਾ ਹੋਵੇ ਤਾਂ ਕਹਾਂਗੇ ਵਿਅਰਥ ਤੋਂ ਮੁਕਤ ਬਾਪ ਸਮਾਨ। ਅੱਜ ਦਾ ਸਲੋਗਨ ਹੈ ਸਹਿਯੋਗ ਦੀ ਸ਼ਕਤੀ ਦੁਆਰਾ ਅਸੰਭਵ ਗੱਲਾਂ ਵੀ ਸੰਭਵ ਹੋ ਸਕਦੀਆਂ ਹੈ। ਸਹਿਯੋਗ ਦੀ ਸ਼ਕਤੀ ਦੁਆਰਾ ਅਸੰਭਵ ਗੱਲਾਂ ਵੀ ਸੰਭਵ ਹੋ ਸਕਦੀਆਂ ਹੈ। ਅੱਛਾ, ਓਮ ਸ਼ਾਂਤੀ।